ਗੂੰਡ ਨਰੂ ਮਰੈ ਨਰ ਕਾਮ ਨ ਆਵੈ ਪਸ਼ੂ ਮਰੈ ਦਸ ਕਾਜ ਸਵਾਰੈ। ਇੱਥੇ ਨਰੂ ਦਾ ਮਤਲਬ ਹੈ ਇਨਸਾਨੀਅਤ। ਨਰੂ ਮਰੈ, ਜਦੋਂ ਕਿਸੇ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਨਰ ਕਾਮ ਨਾ ਆਵੇ, ਤਾਂ ਉਹ ਬੰਦਾ ਕਿਸੇ ਕੰਮ ਨਹੀਂ ਆਉਂਦਾ, ਕਿਸੇ ਦਾ ਕਾਰਜ ਨਹੀਂ ਸਵਾਰਦਾ, ਉਹਦੇ ਮਿੱਠੇ ਬੋਲ ਨਹੀਂ ਹੁੰਦੇ, ਉਹਦੀ ਮਾਨਸਿਕਤਾ ਚੰਗੀ ਨਹੀਂ, ਉਹਦਾ ਬਿਹੇਵੀਅਰ ਠੀਕ ਨਹੀਂ, ਔਰ ਉਸ ਇਨਸਾਨ ਦਾ ਆਚਰਨ ਉੱਚਾ ਨਹੀਂ ਰਹਿ ਜਾਏਗਾ, ਕਿਉਂਕਿ ਅੰਦਰੋਂ ਇਨਸਾਨੀਅਤ ਮਰ ਗਈ। ਜਦੋਂ ਬੰਦੇ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਉਦੋਂ ਇਸ ਦੇ ਅੰਦਰ ਪਸ਼ੂ ਬਿਰਤੀਆਂ ਪੈਦਾ ਹੋ ਜਾਂਦੀਆਂ ਨੇ, ਔਰ ਇਹ ਮਨੁੱਖ ਸਮਾਜ ਭਲਾਈ ਦੀ ਬਜਾਏ ਸਮਾਜ ਦੇ ਨੁਕਸਾਨ ਵਿੱਚ ਕਾਰਜਸ਼ੀਲ ਹੋ ਜਾਂਦਾ ਹੈ, ਔਰ ਪਰਉਪਕਾਰ ਦੀ ਭਾਵਨਾ ਉਹਦੇ ਅੰਦਰੋਂ ਖਤਮ ਹੋ ਜਾਂਦੀ ਹੈ, ਜਿਸ ਇਨਸਾਨ ਦੇ ਅੰਦਰੋਂ ਇਨਸਾਨੀਅਤ ਖਤਮ ਹੋ ਜਾਏ। ਇਸ ਲਈ ਅਸਲ ਵਿੱਚ ਇਨਸਾਨ ਉਦੋਂ ਤੱਕ ਹੀ ਜਿਉਂਦਾ ਹੈ ਜਦੋਂ ਤੱਕ ਉਹਦੇ ਅੰਦਰ ਇਨਸਾਨੀਅਤ ਹੈ, ਜਦੋਂ ਤੱਕ ਉਹ ਸ਼ੁਭ ਗੁਣਾਂ ਦਾ ਧਾਰ ਨਹੀਂ ਹੈ, ਜਦੋਂ ਤੱਕ ਉਹ ਪ੍ਰਭੂ ਦੇ ਨਾਲ ਜੁੜਿਆ ਹੋਇਆ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉਂ, ਕਿ ਹੇ ਮੇਰੇ ਮਾਲਕ, ਜਦ ਤੱਕ ਮੈਂ ਤੇਰੀ ਸਿਫਤ ਸਲਾਹ ਕਰਦਾ ਹਾਂ, ਤੇਰੀ ਰਜ਼ਾ ਵਿੱਚ ਤੁਰਦਾ ਹਾਂ, ਤੇਰੀ ਯਾਦ ਵਿੱਚ ਹਾਂ, ਉਦੋਂ ਤੱਕ ਮੈਂ ਆਤਮਿਕ ਜ਼ਿੰਦਗੀ ਜੀਂਦਾ ਹਾਂ। ਤੇ ਜਦੋਂ ਮੈਂ ਤੈਨੂੰ ਵਿਸਰਦਾ ਹਾਂ, ਤੇਰੇ ਗੁਣਾਂ ਨੂੰ ਭੁਲਾਉਂਦਾ ਹਾਂ, ਤੇਰੀ ਰਜ਼ਾ ਤੋਂ ਉਲਟ ਚੱਲਦਾ ਹਾਂ, ਉਦੋਂ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਤਾਂ ਨਰੂ ਮਰੈ ਨਰ ਕਾਮ ਨਾ ਆਵੇ। ਨਰੂ ਦਾ ਮਤਲਬ ਇਨਸਾਨੀਅਤ। ਜਦੋਂ ਕਿਸੇ ਇਨਸਾਨ ਵਿੱਚੋਂ ਇਨਸਾਨੀਅਤ ਮਰ ਜਾਂਦੀ ਹੈ, ਤਾਂ ਉਹ ਇਨਸਾਨ ਕਿਸੇ ਕੰਮ ਨਹੀਂ ਆਉਂਦਾ, ਭਾਵ ਕਿ ਉਹ ਪਰਉਪਕਾਰ ਆਦਿਕ ਨਹੀਂ ਕਰਦਾ। ਪਸ਼ੂ ਮਰੈ ਦਸ ਕਾਜ ਸਵਾਰੈ। ਪਸ਼ੂ ਦਾ ਮਤਲਬ ਪਸ਼ੂ ਪੁਣਾ, ਪਸ਼ੂ ਬਿਰਤੀ। ਪਰ ਜਦੋਂ ਕਿਸੇ ਇਨਸਾਨ ਦੇ ਅੰਦਰੋਂ ਪਸ਼ੂ ਮਰਦਾ ਹੈ, ਪਸ਼ੂ ਬਿਰਤੀ ਮਰ ਜਾਂਦੀ ਹੈ, ਉਹਦੇ ਅੰਦਰ ਇਨਸਾਨੀਅਤ ਪੈਦਾ ਹੁੰਦੀ ਹੈ, ਤਾਂ 10 ਕਾਜ ਦਾ ਮਤਲਬ ਕਈ ਸਾਰੇ ਕੰਮ ਫਿਰ ਉਹ ਸਵਾਰਦਾ। ਜਦੋਂ ਕਿਸੇ ਦੇ ਅੰਦਰੋਂ ਪਸ਼ੂ ਬਿਰਤੀ ਮਰਦੀ ਹੈ, ਉਦੋਂ ਉਹ ਇਨਸਾਨ ਕਈ ਕੰਮ ਸਵਾਰਦਾ ਹੈ, ਸਮਾਜ ਭਲਾਈ ਦੇ ਕੰਮ ਕਰਦਾ ਹੈ, ਪਰਉਪਕਾਰ ਕਰਦਾ ਹੈ, ਗਿਆਨ ਵੰਡਦਾ ਹੈ, ਸ਼ਾਂਤੀ ਵੰਡਦਾ ਹੈ, ਉਦੋਂ ਕੰਮ ਸਵਾਰਦਾ ਹੈ, ਉਦੋਂ ਕਿਸੇ ਦੇ ਕਾਰਜ ਸਵਾਰਦਾ ਹੈ, ਉਹ ਵਿਗਾੜਦਾ ਨਹੀਂ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ। ਕਰਮ ਕੀ ਗਤ ਦਾ ਮਤਲਬ ਜੋ ਕਰਮ ਮੈਂ ਕਰ ਰਿਹਾ ਹਾਂ, ਉਹਨਾਂ ਦੀ ਹਾਲਾਤ, ਉਹਨਾਂ ਦਾ ਰਿਜ਼ਲਟ ਮੈਂ ਕਿਆ ਜਾਣੂ। ਮੈਂ ਕਿਆ ਜਾਣੂ ਦਾ ਮਤਲਬ ਮੈਂ ਕੀ ਜਾਣਾ, ਮੈਨੂੰ ਕੀ ਪਤਾ, ਯਾਨੀ ਮੈਨੂੰ ਸਮਝ ਨਹੀਂ ਹੈ ਕਿ ਮੈਂ ਉਹ ਕੰਮ ਕਰੀ ਜਾ ਰਿਹਾ ਹਾਂ ਜੋ ਕੰਮ ਨਹੀਂ ਕਰਨੇ ਚਾਹੀਦੇ, ਭਾਵ ਮੈਂ ਮੰਦੇ ਕੰਮ ਹੀ ਕਰੀ ਜਾ ਰਿਹਾ ਹਾਂ। ਇਸ ਪੰਕਤੀ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ ਕਿ ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿਤ ਕਰਮ ਕਰੀ ਜਾ ਰਿਹਾ ਹਾਂ, ਮੈਂ ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਯਾਨੀ ਆਪਣੇ ਕੰਮਾਂ ਦੀ ਹਾਲਾਤ ਮੈਨੂੰ ਪਤਾ ਹੀ ਨਹੀਂ ਕਿ ਮੈਂ ਕੈਸੇ ਕਰਮ ਕਰੀ ਜਾ ਰਿਹਾ ਹਾਂ, ਮਾੜੇ ਕਰਮ ਕਰੀ ਜਾ ਰਿਹਾ ਹਾਂ, ਮਾੜੇ ਪਾਸੇ ਲੱਗਾ ਹੋਇਆ ਹਾਂ, ਮੈਨੂੰ ਆਪਣੇ ਕਰਮਾਂ ਦੇ ਰਿਜ਼ਲਟ ਬਾਰੇ ਹੀ ਨਹੀਂ ਪਤਾ। ਭਗਤ ਕਬੀਰ ਜੀ ਨੇ ਇੱਕ ਥਾਂ ਹੋਰ ਬੜਾ ਪਿਆਰਾ ਬਚਨ ਕੀਤਾ ਹੈ, ਕਹਿ ਕਬੀਰ ਕਿਛ ਗੁਣ ਵਿਚਾਰ। ਗੁਣ ਦਾ ਮਤਲਬ ਨਤੀਜਾ। ਕਬੀਰ ਜੀ ਕਹਿੰਦੇ ਹਨ ਕਿ ਹਰ ਕਰਮ ਕਰਨ ਤੋਂ ਪਹਿਲਾਂ ਉਹਦੇ ਨਤੀਜੇ ਦੀ ਤਾਂ ਵਿਚਾਰ ਕਰ ਕਿ ਉਸ ਦਾ ਨਤੀਜਾ ਕੈਸਾ ਨਿਕਲੇਗਾ। ਤਾਂ ਜੋ ਮਨੁੱਖ ਝੂਠ, ਫਰੇਬ, ਈਰਖਾ, ਦਵੈਸ਼ ਵਾਲੀ ਜ਼ਿੰਦਗੀ ਜੀ ਰਿਹਾ ਹੈ, ਜੇ ਨਾ ਕਰਮਾਂ ਦਾ ਨਤੀਜਾ ਵਿਚਾਰੇ ਤਾਂ ਇਹਨਾਂ ਕਰਮਾਂ ਦਾ ਨਤੀਜਾ ਚੰਗਾ ਤਾਂ ਨਹੀਂ ਹੈ। ਇਹਨਾਂ ਕਰਮਾਂ ਦਾ ਜੋ ਨਤੀਜਾ ਹੈ ਉਹ ਤਾਂ ਆਤਮਿਕ ਮੌਤ ਦੇ ਰੂਪ ਵਿੱਚ ਹੀ ਨਿਕਲੇਗਾ। ਤਾਂ ਇਸ ਲਈ ਕਬੀਰ ਜੀ ਕਹਿੰਦੇ ਹਨ ਕਿ ਹੇ ਬਾਬਾ, ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿਤ ਕਰਮ ਕਰੀ ਜਾ ਰਿਹਾ ਹਾਂ, ਮੈਂ ਕਿਆ ਜਾਣੂ ਬਾਬਾ ਰੇ, ਹੇ ਬਾਬਾ, ਹੇ ਭਾਈ, ਮੈਨੂੰ ਇਹ ਕਦੇ ਖਿਆਲ ਹੀ ਨਹੀਂ ਆਉਂਦਾ। ਹਾੜ ਜਲੇ ਜੈਸੇ ਲੱਕੜੀ ਕਾ ਤੂਲਾ। ਹਾੜ ਦਾ ਮਤਲਬ ਹੱਡੀਆਂ, ਤੂਲਾ ਦਾ ਮਤਲਬ ਗੱਠਾ, ਲੱਕੜੀ ਦਾ ਗੱਠਾ। ਮੈਂ ਕਦੇ ਸੋਚਿਆ ਹੀ ਨਹੀਂ ਕਿ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕਿ ਮੇਰੀਆਂ ਹੱਡੀਆਂ ਜੋ ਨੇ ਉਹ ਇੰਜ ਬਲ ਰਹੀਆਂ ਨੇ
ਜਿਵੇਂ ਲੱਕੜੀ ਦਾ ਗੱਠਾ ਹੁੰਦਾ ਹੈ। ਇੱਥੇ ਹੱਡੀਆਂ ਬਲਨ ਦਾ ਮਤਲਬ ਹੈ ਕਿ ਮੈਂ ਸਰੀਰਕ ਤੌਰ ਤੇ ਵਿਕਾਰਾਂ ਦੇ ਅੰਦਰ ਜਲ ਰਿਹਾ ਹਾਂ। ਮੈਂ ਹੱਡੀਆਂ ਆਪਣੀਆਂ ਵਿਕਾਰਾਂ ਵਿੱਚ ਹੀ ਸਾੜ ਰਿਹਾ ਹਾਂ। ਮੈਂ ਆਪਣੇ ਆਪੇ ਨੂੰ ਮਾਨੋ ਭੱਠੀ ਦੇ ਅੰਦਰ ਝੋਕਿਆ ਹੋਇਆ ਹੈ। ਮੇਰੀਆਂ ਹੱਡੀਆਂ, ਮੇਰਾ ਸਰੀਰ, ਜੋ ਮੇਰਾ ਜੀਵਨ ਹੈ, ਇਸ ਤਰ੍ਹਾਂ ਸੜ ਰਿਹਾ ਜਿਵੇਂ ਲੱਕੜਾਂ ਦਾ ਗੱਠਾ ਹੁੰਦਾ ਹੈ। ਭਾਵ ਕਿ ਮੈਂ ਵਿਕਾਰਾਂ ਦੇ ਅੰਦਰ ਆਪਣੇ ਆਪ ਨੂੰ ਜਲਾ ਰਿਹਾ ਹਾਂ। ਇਸ ਜਲੇ ਜੈਸੇ ਘਾਸ ਕਾ ਪੂਲਾ। ਪੂਲਾ ਦਾ ਮਤਲਬ ਪੂਲਾ, ਮੁੱਠਾ, ਜਿਵੇਂ ਘਾਹ ਦਾ ਮੁੱਠਾ ਬਣਾਇਆ ਹੁੰਦਾ ਹੈ। ਤੇ ਕੇਸ ਘਾਹ ਦੇ ਪੂਲੇ ਵਾਂਗ ਸੜ ਰਹੇ ਨੇ। ਹੁਣ ਇੱਥੇ ਕੇਸ ਸੜਨ ਦਾ ਮਤਲਬ ਕੀ ਹੈ? ਆਮ ਅਸੀਂ ਕਹਿੰਦੇ ਨਹੀਂ ਕਿ ਫਲਾਂ ਬੰਦਾ ਤਾਂ ਸਿਰ ਸੜਿਆਂ ਵਾਂਗੂ ਫਲਾਂ ਕੰਮ ਦੇ ਵਿੱਚ ਲੱਗਾ ਰਹਿੰਦਾ ਹੈ, ਰੁੱਝਿਆ ਰਹਿੰਦਾ ਹੈ। ਤੇ ਇੱਥੇ ਕੇਸ ਚਲੇ ਜੈਸੇ ਘਾਸ ਦਾ ਪੂਲਾ ਦਾ ਅੰਤਰੀਵ ਭਾਵ ਹੈ ਕਿ ਮੈਂ ਮਾਨਸਿਕ ਤੌਰ ਤੇ ਐਵੇਂ ਜਲ ਰਿਹਾ ਹਾਂ ਜਿਵੇਂ ਘਾਹ ਦਾ ਮੁੱਠਾ ਜਲਦਾ ਹੈ। ਐਵੇਂ ਮੈਂ ਸਿਰ ਸੜਿਆ ਵਾਂਗੂ ਉਹਨਾਂ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹਾਂ, ਉਹਨਾਂ ਵਿਕਾਰਾਂ ਦੇ ਅੰਦਰ ਲੱਗਾ ਹੋਇਆ ਹਾਂ, ਮਾਨਸਿਕ ਤੌਰ ਤੇ ਵਿਕਾਰਾਂ ਵਿੱਚ ਜਲ ਰਿਹਾ ਹਾਂ। ਕਹੋ ਕਬੀਰ ਤਬ ਹੀ ਨਰ ਜਾਗੈ। ਜਾਗੈ ਦਾ ਮਤਲਬ ਮੰਦੇ ਕਰਮਾਂ ਵੱਲੋਂ ਹੋਸ਼ ਆਉਂਦੀ ਹੈ, ਸਮਝ ਆਉਂਦੀ ਹੈ। ਉਦੋਂ ਬੰਦੇ ਨੂੰ ਸਮਝ ਆਉਂਦੀ ਹੈ। ਕਬੀਰ ਜੀ ਕਹਿੰਦੇ ਹਨ, ਸੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵੱਲੋਂ ਤਦੋਂ ਹੀ ਸੁਚੇਤ ਹੁੰਦਾ ਹੈ। ਜਾਗੈ ਦਾ ਮਤਲਬ ਸੁਚੇਤ ਹੁੰਦਾ ਹੈ, ਪਛਤਾਉਂਦਾ ਹੈ। ਕਹੋ ਕਬੀਰ ਤਬ ਹੀ ਨਰ ਜਾਗੈ। ਉਦੋਂ ਹੀ ਬੰਦਾ ਸੁਚੇਤ ਹੁੰਦਾ ਹੈ, ਉਦੋਂ ਬੰਦਾ ਪਛਤਾਉਂਦਾ ਹੈ। ਕਦੋਂ? ਜਮ ਕਾ ਡੰਡ ਮੂੰਡ ਮਹਿ ਲਾਗੈ। ਡੰਡ ਦਾ ਮਤਲਬ ਡੰਡਾ, ਮੂੰਡ ਮਹਿ ਦਾ ਮਤਲਬ ਸਿਰ ਉੱਤੇ, ਜਮ ਕਾ ਡੰਡ ਦਾ ਮਤਲਬ ਆਤਮਕ ਮੌਤ ਦਾ ਡੰਡਾ। ਜਦੋਂ ਆਤਮਕ ਮੌਤ ਦਾ ਡੰਡਾ ਸਿਰ ਤੇ ਆ ਵੱਜਦਾ, ਇਸ ਨੂੰ ਚਾਰ ਚੁਫੇਰਿਓਂ ਮਾਨਸਿਕ ਪਰੇਸ਼ਾਨੀਆਂ ਘੇਰ ਲੈਂਦੀਆਂ ਨੇ ਔਰ ਇਹ ਆਤਮਕ ਮੌਤੇ ਮਰ ਜਾਂਦਾ ਹੈ, ਉਦੋਂ ਬੰਦਾ ਫਿਰ ਪਛਤਾਉਂਦਾ ਹੈ ਕਿ ਮੈਨੂੰ ਐਸੀ ਜ਼ਿੰਦਗੀ ਵਿਕਾਰਾਂ ਵਾਲੀ ਨਹੀਂ ਸੀ ਜੀਣੀ ਚਾਹੀਦੀ। ਤਾਂ ਇਹ ਇਸ ਪਾਵਨ ਸ਼ਬਦ ਦੇ ਭਾਵ ਅਰਥ ਨੇ। ਮੈਂ ਦੁਬਾਰਾ ਇਹਨਾਂ ਅਰਥਾਂ ਨੂੰ, ਵਿਚਾਰਾਂ ਨੂੰ ਜੋ ਹੈ ਥੋੜਾ ਜਿਹਾ ਦੁਹਰਾ ਦਿਆਂ। ਨਰੂ ਮਰੈ ਨਰ ਕਾਮ ਨਾ ਆਵੇ, ਕਿ ਜਦੋਂ ਇਨਸਾਨੀਅਤ ਮਰ ਜਾਂਦੀ ਹੈ ਕਿਸੇ ਵਿੱਚੋਂ, ਉਹ ਇਨਸਾਨ ਫਿਰ ਕਿਸੇ ਕੰਮ ਨਹੀਂ ਆਉਂਦਾ। ਭਾਵ ਕਿ ਉਹ ਇਨਸਾਨ ਪਰਉਪਕਾਰ ਵਾਲੇ ਚੰਗੇ ਕਰਮ ਨਹੀਂ ਕਰਦਾ। ਪਸ਼ੂ ਮਰੈ 10 ਕਾਜ ਸਵਾਰੈ। ਜਦੋਂ ਕਿਸੇ ਦੇ ਅੰਦਰੋਂ ਪਸ਼ੂਪੁਣਾ ਮਰਦਾ ਹੈ, ਪਸ਼ੂ ਬਿਰਤੀ ਖਤਮ ਹੁੰਦੀ ਹੈ, ਉਦੋਂ ਫਿਰ ਇਹ ਲੋਕਾਂ ਦੇ ਕਈ ਕਾਰਜ ਸਵਾਰਦਾ ਹੈ। ਭਾਵ ਪਰਉਪਕਾਰ ਵਾਲੀ ਭਾਵਨਾ ਦੇ ਨਾਲ ਜ਼ਿੰਦਗੀ ਜਿੰਦਾ ਹੈ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ। ਹੇ ਬਾਬਾ, ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿਤ ਕਰਮ ਕਰੀ ਜਾ ਰਿਹਾ ਹਾਂ। ਮੈਂ ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ। ਮੈਨੂੰ ਕਦੇ ਇਸ ਬਾਰੇ ਸਮਝ ਹੀ ਨਹੀਂ ਆਉਂਦੀ, ਖਿਆਲ ਵੀ ਨਹੀਂ ਆਉਂਦਾ। ਹਾੜ ਜਲੇ ਜੈਸੇ ਲੱਕੜੀ ਕਾ ਤੂਲਾ। ਮੇਰੀਆਂ ਇਹ ਹੱਡੀਆਂ ਇੰਜ ਸੜ ਰਹੀਆਂ ਨੇ ਜਿਵੇਂ ਲੱਕੜੀ ਦਾ ਗੱਠਾ ਹੁੰਦਾ ਹੈ, ਲੱਕੜੀ ਦਾ ਢੇਰ ਹੁੰਦਾ ਹੈ। ਭਾਵ ਕਿ ਮੈਂ ਸਰੀਰਕ ਤੌਰ ਤੇ ਵਿਕਾਰਾਂ ਦੇ ਵਿੱਚ ਲੱਗਾ ਰਹਿੰਦਾ ਹਾਂ। ਕੇਸ ਚਲੇ ਜੈਸੇ ਘਾਸ ਕਾ ਪੂਲਾ। ਔਰ ਕੇਸ ਐਵੇਂ ਸੜ ਰਹੇ ਨੇ ਜਿਵੇਂ ਘਾਹ ਦਾ ਪੂਲਾ ਹੁੰਦਾ ਹੈ। ਭਾਵ ਮੈਂ ਮਾਨਸਿਕ ਤੌਰ ਤੇ ਮਤ ਕਰਕੇ, ਮਨ ਕਰਕੇ ਵਿਕਾਰਾਂ ਦੇ ਅੰਦਰ ਹਮੇਸ਼ਾ ਜਲਦਾ ਰਹਿੰਦਾ ਹਾਂ। ਕਹੋ ਕਬੀਰ ਤਬ ਹੀ ਨਰ ਜਾਗੈ। ਜਾਗੇ ਦਾ ਮਤਲਬ ਜਾਗਦਾ ਹੈ, ਸੁਚੇਤ ਹੁੰਦਾ ਹੈ, ਯਾਨੀ ਪਛਤਾਉਂਦਾ ਹੈ। ਇੱਥੇ ਜਾਗੇ ਦਾ ਮਤਲਬ ਹੈ ਪਛਤਾਉਣਾ। ਤਾਂ ਕਬੀਰ ਜੀ ਕਹਿੰਦੇ ਨੇ, ਹੇ ਭਾਈ, ਉਦੋਂ ਹੀ ਇਹ ਇਨਸਾਨ ਪਛਤਾਉਂਦਾ ਹੈ। ਜਮ ਕਾ ਡੰਡ ਮੂੰਡ ਮੈਂ ਲਾਗੈ। ਜਦੋਂ ਇਹਦੇ ਸਿਰ ਵਿੱਚ ਆਤਮਕ ਮੌਤ ਦਾ ਡੰਡਾ ਆ ਵੱਜਦਾ ਹੈ, ਉਦੋਂ ਫਿਰ ਮਨੁੱਖ ਪਛਤਾਉਂਦਾ ਹੈ। ਪਰ ਉਦੋਂ ਪਛਤਾਉਣ ਦਾ ਕੋਈ ਲਾਭ ਨਹੀਂ ਹੁੰਦਾ। ਤਾਂ ਇਸ ਪਾਵਨ ਸ਼ਬਦ ਰਾਹੀਂ ਕਬੀਰ ਜੀ ਸਾਨੂੰ ਸੰਦੇਸ਼, ਉਪਦੇਸ਼ ਦੇ ਰਹੇ ਨੇ ਕਿ ਅਸੀਂ ਐਸੀ ਜ਼ਿੰਦਗੀ ਜੀਣੀ ਹੈ ਜਿਸ ਜੀਵਨ ਕਰਕੇ ਸਾਡੇ ਅੰਦਰੋਂ ਇਨਸਾਨੀਅਤ ਨਾ ਮਰੇ, ਸਾਡੇ ਅੰਦਰ ਇਨਸਾਨੀਅਤ ਜਿੰਦਾ ਰਹੇ। ਜੇ ਸਾਡੇ ਅੰਦਰ ਪਸ਼ੂ ਬਿਰਤੀਆਂ ਨੇ ਤਾਂ ਉਹਨਾਂ ਪਸ਼ੂ ਬਿਰਤੀਆਂ ਨੂੰ ਖਤਮ ਕਰਕੇ ਆਪਣੇ ਜੀਵਨ ਦੇ ਅੰਦਰ ਇਨਸਾਨੀਅਤ ਪੈਦਾ ਕਰਨ ਦਾ ਯਤਨ ਕਰਨਾ ਹੈ।